हेलो स्टूडेंट्स, आई एम सुखिंदर कौर फ्रॉम डिपार्टमेंट ऑफ इकोनॉमिक्स GGDST कॉलेज हरियाणा हुशियारपुर। ਅੱਜ ਦਾ ਜਿਹੜਾ ਟੌਪਿਕ ਹੈ, ਜੋ ਟਾਈਟਲ ਹੈ ਸਾਡਾ ਮੇਨ ਸਟਰਕਚਰਲ ਪੈਟਰਨ ਔਰ ਮੇਨ ਐਕਟੀਵਿਟੀਜ਼ ਆਫ ਇੰਡੀਆ ਔਨ ਦੀ ਈਵ ਆਫ ਇੰਡੀਪੈਂਡੈਂਸ ਐਂਡ ਫੀਚਰਸ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ। ਲਾਸਟ ਲੈਕਚਰ ਦੇ ਵਿੱਚ ਆਪਾਂ ਇਸ ਟੌਪਿਕ ਜੋ ਸ਼ੁਰੂ ਕੀਤਾ ਸੀ ਫੀਚਰਸ ਆਫ ਇੰਡੀਅਨ ਇਕੋਨਮੀ ਔਨ ਦਾ ਈਵ ਆਫ ਇੰਡੀਪੈਂਡੈਂਸ, ਅਤੇ ਅਲੱਗ-ਅਲੱਗ ਪੁਆਇੰਟਸ ਦੇ ਥਰੂ, ਅਲੱਗ-ਅਲੱਗ ਮੇਨ ਹੈਡਿੰਗਸ ਦੇ ਥਰੂ ਅਸਲ 'ਚ ਆਪਾਂ ਇਸ ਟੌਪਿਕ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਫਸਟ ਜੋ ਪਾਰਟ ਸੀ ਕੈਟੇਗਰਾਈਜੇਸ਼ਨ ਔਰ ਨੇਚਰ ਆਫ ਇੰਡੀਅਨ ਇਕੋਨਮੀ ਔਨ ਦੀ ਈਵ ਆਫ ਇੰਡੀਪੈਂਡੈਂਸ ਦੇ ਸਮੇਂ ਕਿਹੋ ਜਿਹੀ ਨੇਚਰ ਸੀ ਇੰਡੀਅਨ ਇਕੋਨਮੀ ਦੀ, ਇਹ ਆਪਾਂ ਡਿਟੇਲ ਦੇ ਵਿੱਚ ਲਾਸਟ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ। ਰਿਮੇਨਿੰਗ ਜਿਹੜੇ ਦੋ ਮੇਨ ਟਾਈਟਲ ਆ, ਮੇਨ ਹੈਡਿੰਗਸ ਹੈਗੇ ਆ, ਫਸਟ ਮੇਨ ਸਟਰਕਚਰਲ ਪੈਟਰਨ ਆਫ ਇੰਡੀਅਨ ਇਕੋਨਮੀ ਐਂਡ ਸੈਕੰਡ ਮੇਨ ਫੀਚਰਸ, ਜਿਹੜੇ ਇਹ ਦੋਨੋਂ ਟੌਪਿਕਸ, ਜਿਹੜੇ ਦੋਨੋਂ ਹੈਡਿੰਗਸ, ਇਹ ਆਪਾਂ ਅੱਜ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਮੇਨ ਸਟਰਕਚਰਲ ਪੈਟਰਨ ਦੀ ਗੱਲ ਕਰਦੇ ਹਾਂ ਇੰਡੀਅਨ ਇਕੋਨਮੀ ਦੀ, ਕਿ ਉਹ ਇੰਡੀਪੈਂਡੈਂਸ ਦੇ ਟਾਈਮ ਕਿਹੋ ਜਿਹਾ ਸੀ, ਅਤੇ ਉਸ ਨੂੰ ਐਕਸਪਲੇਨ ਕਰਨ ਦੇ ਲਈ ਆਪਾਂ ਇੰਡੀਅਨ ਐਗਰੀਕਲਚਰ ਅਤੇ ਇੰਡੀਅਨ ਇੰਡਸਟਰੀਜ਼ ਜਿਹੜੀਆਂ ਇੰਡੀਪੈਂਡੈਂਸ ਦੇ ਸਮੇਂ ਕਿਹੋ ਜਿਹੀਆਂ ਸੀ, ਉਹਨਾਂ ਦੀ ਪਰਫੋਰਮੈਂਸ ਕਿਹੋ ਜਿਹੀ ਸੀ, ਇਹ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇੰਡੀਅਨ ਐਗਰੀਕਲਚਰ ਜਿਹੜਾ ਉਹ ਇੰਡੀਅਨ ਇੰਡੀਪੈਂਡੈਂਸ ਦੇ ਟਾਈਮ ਕਿਹੋ ਜਿਹਾ ਸੀ, ਉਹਦੇ ਕੀ ਫੀਚਰ ਸੀ, ਉਹ ਗੱਲ ਕਰਦੇ ਹਾਂ। ਸਭ ਤੋਂ ਪਹਿਲੇ ਤਾਂ ਇਹ ਹੈ ਕਿ ਜੀ ਐਗਰੀਕਲਚਰ ਮੇਨ ਆਕਿਊਪੇਸ਼ਨ ਸੀ ਸਾਡੀ, ਜਿਹੜੀ ਮੇਨ ਪ੍ਰੋਡਕਸ਼ਨ ਸੀ, ਸਾਡਾ ਜਿਹੜਾ ਮੇਨ ਨੈਸ਼ਨਲ ਇਨਕਮ ਸੀ, ਉਹ ਐਗਰੀਕਲਚਰ 'ਤੇ ਡਿਪੈਂਡੈਂਟ ਸੀ। ਐਗਰੀਕਲਚਰ ਦੇ ਵਿੱਚ ਉਹਦਾ ਵੱਡਾ ਹਿੱਸਾ ਆਉਂਦਾ ਸੀ, ਪਰ ਸਟਿਲ ਐਗਰੀਕਲਚਰ ਬੈਕਵਰਡ ਸੀ। ਐਗਰੀਕਲਚਰ ਜਿਹੜਾ ਜਿਹਨੂੰ ਤੁਸੀਂ ਕਹਿੰਦੇ ਜੀਵਨ ਨਿਰਵਾਹ ਦਾ ਇੱਕ ਸਬਸਿਸਟੈਂਸ ਜਿਹੜਾ ਉਹ ਮਾਤਰ ਸੀ, ਔਰ ਐਗਰੀਕਲਚਰਲ ਪ੍ਰੋਡਕਸ਼ਨ ਬਹੁਤ ਘੱਟ ਸੀ। 1947 ਦੇ ਵਿੱਚ ਸਿਰਫ 13 ਕਰੋੜ ਹੈਕਟੇਅਰ ਲੈਂਡ ਸੀ ਜਿਹ 'ਤੇ ਖੇਤੀ ਕੀਤੀ ਜਾਂਦੀ ਸੀ। ਸਿਰਫ 527 ਲੱਖ ਟਨ ਅਨਾਜ ਜਿਹੜਾ ਪ੍ਰੋਡਿਊਸ ਕੀਤਾ ਜਾਂਦਾ ਸੀ। ਐਗਰੀਕਲਚਰ ਬੈਕਵਰਡ ਸੀ। ਚੰਗੇ ਬੀਜ, ਚੰਗੀਆਂ ਖਾਦਾਂ, ਚੰਗੇ ਸਾਧਨ, ਚੰਗੇ ਜੰਤਰ, ਚੰਗੀਆਂ ਮਸ਼ੀਨਸ ਦੀ ਕਮੀ ਸੀ। ਐਗਰੀਕਲਚਰਲ ਇਨਪੁਟਸ ਜਿਹੜੀਆਂ ਦੀ ਵਰਤੋਂ, ਜਿਹਦੇ ਵਿੱਚ ਸਾਖ ਮੇਨ ਆ ਜਾਂਦੀ ਆ, ਉਤਪਾਦਨ ਦੀਆਂ ਤਕਨੀਕਾਂ ਆ ਜਾਂਦੀਆਂ, ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਐਗਰੀਕਲਚਰ ਦੀ ਕਮਰਸ਼ਲਾਈਜੇਸ਼ਨ ਅਜੇ ਉਸ ਟਾਈਮ ਹੋਈ ਸੀ। ਲੈਂਡ ਟੈਨਿਓਰ ਸਿਸਟਮ ਆ ਜਿਹੜੀ, ਉਹਦੇ ਵਿੱਚ 3 ਤਰ੍ਹਾਂ ਦੀਆਂ ਪ੍ਰਣਾਲੀਆਂ ਸੀ। ਜ਼ਿਮੀਂਦਾਰੀ ਪ੍ਰਥਾ ਚੱਲਦੀ ਸੀ, ਮਹਿਲਵਾੜੀ ਪ੍ਰਥਾ ਚੱਲਦੀ ਸੀ, ਰੈਤਵਾੜੀ ਪ੍ਰਥਾ ਚੱਲਦੀ ਸੀ। ਇਹਨਾਂ ਸਾਰਿਆਂ ਦੇ ਵਿੱਚ ਮਿਡਲਮੈਨ ਬਹੁਤ ਜ਼ਿਆਦਾ ਸੀ, ਅਤੇ ਇਹ ਮਿਡਲਮੈਨ ਆ ਜਿਹੜੇ ਵਿਚੋਲੀਏ ਸੀ, ਇਹ ਬਹੁਤ ਜ਼ਿਆਦਾ ਰੈਂਟ ਜਿਹੜਾ ਫਾਰਮਰ ਤੋਂ ਵਸੂਲ ਕਰਦੇ ਸੀ। ਰੂਰਲ ਇੰਡੈਪਟਡਨੈਸ ਬਹੁਤ ਸੀ ਕਿਉਂਕਿ ਐਗਰੀਕਲਚਰ ਦੀ ਪ੍ਰੋਡਕਸ਼ਨ ਘੱਟ ਸੀ, ਅਤੇ ਪ੍ਰੋਡਕਸ਼ਨ ਘੱਟ ਹੋਣ ਦੇ ਕਰਕੇ ਜੋ ਕਰਜ਼ਾ ਉਹ ਵਾਪਸ ਨਹੀਂ ਹੁੰਦਾ ਸੀ, ਕਰਜ਼ੇ ਦੇ ਉੱਪਰ ਕਰਜ਼ ਲੈਣਾ ਪੈਂਦਾ ਸੀ, ਅਤੇ ਇਸ ਕਰਕੇ ਰੂਰਲ ਇੰਡੈਪਟਡਨੈਸ ਦੀ ਜਿਹੜੀ ਪ੍ਰੋਬਲਮ ਆ ਬਹੁਤ ਜ਼ਿਆਦਾ ਸੀ ਉਸ ਟਾਈਮ 'ਤੇ। ਅਤੇ ਪਾਪੂਲੇਸ਼ਨ ਦਾ ਪ੍ਰੈਸ਼ਰ, ਇੱਕ ਤਾਂ ਪਾਪੂਲੇਸ਼ਨ ਇੰਡੀਆ ਦੀ ਜ਼ਿਆਦਾ ਸੀ, ਅਤੇ ਦੂਸਰਾ ਇਹ ਸੀ ਕਿ ਜਦੋਂ ਇੰਡੀਆ ਆਜ਼ਾਦ ਹੋਇਆ ਅਤੇ ਜਿਹੜੇ ਸਾਡੇ ਮੇਨ ਆਰਟੀਸਨਸ ਸੀਗੇ, ਕਾਰੀਗਰ ਸੀ, ਹਸਤ ਸ਼ਿਲਪਕਾਰ ਸੀ, ਜਾਂ ਜਿਹੜੇ ਇੰਡਸਟਰੀ 'ਚ ਕੰਮ ਕਰਦੇ ਸੀ, ਉਹ ਇੰਡਸਟਰੀ ਜਿਹੜੀ ਪਾਕਿਸਤਾਨ 'ਚ ਰਹਿ ਗਈ। ਜਦੋਂ ਉਹ ਇੰਡੀਆ 'ਚ ਮੂਵ ਹੋਏ, ਇੰਡੀਆ 'ਚ ਇੱਧਰ ਆਏ, ਸ਼ਿਫਟ ਕੀਤਾ ਉਹਨਾਂ ਨੇ, ਅਤੇ ਉਹਨਾਂ ਨੂੰ ਇੱਧਰ ਇੱਕਦਮ ਕੰਮ ਨਾ ਮਿਲਿਆ, ਤਾਂ ਉਹ ਐਗਰੀਕਲਚਰ ਦੇ ਉੱਤੇ ਉਹਨਾਂ ਦੀ ਜਿਹੜੀ ਡਿਪੈਂਡੈਂਸ ਆ ਉਹ ਹੋ ਗਈ, ਅਤੇ ਇਹਦੇ ਨਾਲ ਐਗਰੀਕਲਚਰ ਦੇ ਉੱਤੇ ਜਿਹੜਾ ਪਾਪੂਲੇਸ਼ਨ ਦਾ ਪ੍ਰੈਸ਼ਰ ਆ ਉਹ ਬਹੁਤ ਜ਼ਿਆਦਾ ਹੋ ਗਿਆ। ਇਹ ਸੀ ਇੰਡੀਅਨ ਐਗਰੀਕਲਚਰ ਦੇ ਫੀਚਰਸ ਐਂਡ ਇੰਡੀਅਨ ਐਗਰੀਕਲਚਰ ਦਾ ਰੂਪ ਰੇਖਾ ਜੋ ਇੰਡੀਪੈਂਡੈਂਸ ਦੇ ਟਾਈਮ ਸੀ। ਹੁਣ ਇੰਡੀਪੈਂਡੈਂਸ ਦੇ ਟਾਈਮ ਇੰਡੀਅਨ ਇੰਡਸਟਰੀ ਕਿਸ ਤਰ੍ਹਾਂ ਦੀ ਸੀ? ਸਭ ਤੋਂ ਪਹਿਲਾਂ ਤਾਂ ਇੰਡਸਟਰੀ ਦੀ ਗਰੋਥ ਆ ਜਿਹੜੀ, ਕੰਜ਼ਿਊਮਰ ਇੰਡਸਟਰੀਜ਼ ਦੀ ਗਰੋਥ ਬਹੁਤ ਘੱਟ ਸੀ। ਕੱਪੜਾ ਉਦਯੋਗ, ਜੂਟ, ਚੀਨੀ ਉਦਯੋਗ, ਮਾਚਿਸ ਉਦਯੋਗ ਬਿਨਾਂ ਸ਼ੱਕ ਬ੍ਰਿਟਿਸ਼ਰਸ ਨੇ ਐਸਟੈਬਲਿਸ਼ ਕੀਤੇ, ਪਰ ਇਹਨਾਂ ਤੋਂ ਜਿਹੜਾ ਹੋਣ ਵਾਲਾ ਪ੍ਰੋਫਿਟ ਸੀ ਉਸ ਨੂੰ ਇੱਧਰ ਰੀਇਨਵੈਸਟ ਜਾਂ ਇਨਵੈਸਟ ਨਾ ਕਰਕੇ ਬ੍ਰਿਟੇਨ ਨੂੰ ਭੇਜ ਦਿੱਤਾ ਜਾਂਦਾ ਸੀ। ਇੰਡੀਪੈਂਡੈਂਸ ਦੇ ਟਾਈਮ ਸਿਰਫ ਜਿਹੜਾ ਕੱਪੜੇ ਦਾ ਉਤਪਾਦਨ ਆ 421 ਕਰੋੜ ਵਰਗ ਮੀਟਰ, ਚੀਨੀ ਦੀ ਪ੍ਰੋਡਕਸ਼ਨ 10 ਲੱਖ ਟਨ, ਸੀਮਿੰਟ ਦੀ ਪ੍ਰੋਡਕਸ਼ਨ 26 ਲੱਖ ਟਨ, ਜਿਹੜੀ ਬਹੁਤ ਘੱਟ ਸੀ। ਐਕਸਪੋਰਟ ਓਰੀਐਂਟਡ ਇੰਡਸਟਰੀਜ਼ ਦੀ ਕਮੀ ਸੀ। ਜੇ ਇੰਡਸਟਰੀਜ਼ ਹੈਗੀਆਂ ਵੀ ਸੀ ਤਾਂ ਉਹ ਜੇ ਥੋੜ੍ਹੀਆਂ ਬਹੁਤੀਆਂ ਲਗਾਈਆਂ ਵੀ ਗਈਆਂ ਤਾਂ ਐਕਸਪੋਰਟ ਓਰੀਐਂਟਡ ਇੰਡਸਟਰੀਜ਼ ਲਗਾਈਆਂ ਗਈਆਂ, ਪਰ ਉਹ ਵੀ ਬਹੁਤ ਜ਼ਿਆਦਾ ਤਾਂ ਨਹੀਂ ਸੀ। ਪਰ ਫਿਰ ਵੀ ਉਹ ਬਾਗ, ਉਹ ਬਾਗਾਨ, ਉਹ ਖਾਨਾ ਜਾਂ ਉਹ ਇੰਡਸਟਰੀਜ਼ ਜਿਹੜੀਆਂ ਉਹੀ ਐਸਟੈਬਲਿਸ਼ ਕੀਤੀਆਂ ਗਈਆਂ ਅੰਗਰੇਜ਼ਾਂ ਦੁਆਰਾ, ਜਿਨ੍ਹਾਂ ਦਾ ਐਕਸਪੋਰਟ ਕੀਤਾ ਜਾ ਸਕੇ। ਲੈਕ ਆਫ ਬੇਸਿਕ ਇੰਡਸਟਰੀ, ਇੰਡੀਪੈਂਡੈਂਸ ਦੇ ਟਾਈਮ ਬੇਸਿਕ ਇੰਡਸਟਰੀ ਨਹੀਂ ਸੀ। ਸਿਰਫ ਇੱਕ ਬੇਸਿਕ ਇੰਡਸਟਰੀ ਦੇ ਨਾਮ 'ਤੇ ਉਸ ਟਾਈਮ 'ਤੇ ਸਿਰਫ ਇੱਕ ਇੰਡਸਟਰੀ ਸੀ, ਇੱਕ ਮਿਲ ਸੀ, ਟਾਟਾ ਆਇਰਨ ਐਂਡ ਸਟੀਲ ਮਿਲ, ਅਤੇ ਉਸ ਦਾ ਪ੍ਰੋਡਕਸ਼ਨ ਸੀ ਜਿਹੜੀ ਉਸਦੀ, ਉਹ ਸਿਰਫ 13 ਲੱਖ ਟਨ ਇਸਪਾਤ ਜਿਹੜਾ ਪ੍ਰੋਡਿਊਸ ਕੀਤਾ ਜਾਂਦਾ ਸੀ। ਉਸ ਤੋਂ ਬਾਅਦ ਮੈਨੇਜਿੰਗ ਏਜੰਸੀ ਸਿਸਟਮ ਸੀਗਾ ਕਿ ਏਜੰਸੀਆਂ ਦੁਆਰਾ ਵਪਾਰਕ ਇਕਾਈਆਂ ਦਾ ਪ੍ਰਬੰਧ ਦੇਖਿਆ ਜਾਂਦਾ ਸੀ। ਲੈਕ ਆਫ ਗਵਰਨਮੈਂਟ ਪੈਟਰੋਨੇਜ, ਸਰਕਾਰ ਦੁਆਰਾ ਭਾਰਤੀ ਉਦਯੋਗਾਂ ਨੂੰ ਬਹੁਤ ਜ਼ਿਆਦਾ ਜਿਹੜੀ
ਪ੍ਰਸ਼ੰਸਾ ਨਹੀਂ ਕੀਤੀ ਜਾਂਦੀ ਸੀ, ਕੋਈ ਉਤਸ਼ਾਹ ਨਹੀਂ ਸੀ ਦਿੱਤਾ ਜਾਂਦਾ, ਕੋਈ ਇੰਪੋਰਟੈਂਸ ਨਹੀਂ ਸੀ ਦਿੱਤੀ ਜਾਂਦੀ। ਵਾਈਜ਼ ਟੈਰਿਫ ਪਾਲਿਸੀ ਵੀ ਇਸ ਤਰ੍ਹਾਂ ਦੀ ਸੀ ਕਿ ਉਸ ਇੰਡਸਟਰੀ ਦਾ ਉਸ ਪਾਲਿਸੀ ਦਾ ਬ੍ਰਿਟਿਸ਼ ਦੀ ਇੰਡਸਟਰੀ ਨੂੰ ਪ੍ਰੋਫਿਟ ਹੁੰਦਾ ਸੀ, ਪਰ ਸਾਡੀ ਇੰਡਸਟਰੀ ਲਈ ਬਹੁਤ ਜ਼ਿਆਦਾ ਲਾਭ ਉਹਦੇ ਵਿੱਚ ਨਹੀਂ ਸੀ। ਬ੍ਰਿਟਿਸ਼ ਆਫਿਸਰਸ ਵੱਡੀਆਂ ਪੋਜੀਸ਼ਨਸ ਦੇ ਉੱਤੇ, ਜ਼ਿਆਦਾ ਸੈਲਰੀ ਵਾਲੀਆਂ ਪੋਜੀਸ਼ਨਸ ਦੇ ਉੱਪਰ, ਮੇਨ ਪੋਜੀਸ਼ਨਸ ਦੇ ਉੱਪਰ ਬ੍ਰਿਟਿਸ਼ਰਸ ਨੂੰ ਹੀ ਰੱਖਿਆ ਜਾਂਦਾ ਸੀ। ਕਾਟੇਜ ਐਂਡ ਸਮਾਲ ਇੰਡਸਟਰੀ ਨੂੰ ਬਹੁਤ ਇਗਨੋਰ ਕੀਤਾ ਗਿਆ ਉਸ ਟਾਈਮ ਦੇ ਉੱਤੇ, ਔਰ ਜਿਹੜੀ ਸੀਗੀ ਵੀ ਇੰਡਸਟਰੀ ਥੋੜ੍ਹੀ ਬਹੁਤੀ, ਉੱਥੇ ਟੈਕਨੀਕ ਜਿਹੜੀ ਪ੍ਰੋਡਕਸ਼ਨ ਦੀ ਉਹ ਪੁਰਾਣੀ ਸੀ, ਸਕਿਲਡ ਲੇਬਰਰਸ ਦੀ ਕਮੀ ਸੀ, ਰॉ ਮਟੀਰੀਅਲ ਦੀ, ਕੈਪੀਟਲ ਦੀ ਕਮੀ ਸੀ। ਉਸ ਤੋਂ ਬਾਅਦ ਜੇ ਪ੍ਰੋਡਕਟ ਪ੍ਰੋਡਿਊਸ ਵੀ ਹੋ ਜਾਂਦਾ ਦੈਨ ਉਹਦੀ ਵਿਕਰੀ, ਉਹਦੀ ਸੇਲ ਕਿਸ ਤਰ੍ਹਾਂ ਹੋਏਗੀ, ਉਹ ਵੀ ਇੱਕ ਮੇਨ ਪ੍ਰੋਬਲਮ ਸੀ। ਇਸ ਇੰਡੀਅਨ ਐਗਰੀਕਲਚਰ ਦੇ ਨਾਲ ਇੰਡੀਅਨ ਇੰਡਸਟਰੀਜ਼ ਇੰਡੀਪੈਂਡੈਂਸ ਦੇ ਟਾਈਮ ਕਿਸ ਤਰ੍ਹਾਂ ਦੀਆਂ ਸੀ, ਅਤੇ ਹੁਣ ਮੇਨ ਫੀਚਰਸ ਇੰਡੀਅਨ ਇਕੋਨਮੀ ਦੇ ਕਿਹੋ ਜਿਹੇ ਸੀ, ਇਹ ਗੱਲ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇੰਡੀਅਨ ਇਕੋਨਮੀ ਸਟੈਗਨੈਂਟ ਇਕੋਨਮੀ ਸੀ, ਖੜੀ ਹੋਈ, ਜਿਹਨੂੰ ਤੁਸੀਂ ਇਕੋਨਮੀ ਕਹਿ ਦਿੰਦੇ ਹੋ ਨਾ, ਸਥਿਰ ਅਵਸਥਾ। ਸਥਿਰ ਅਵਸਥਾ ਇਸ ਤਰ੍ਹਾਂ ਸੀ ਕਿ 1860 ਤੋਂ ਲੈ ਕੇ 1945 ਤੱਕ, ਬਹੁਤ ਲੰਬਾ ਪੀਰੀਅਡ ਹੈ, 1860 to 1945। ਔਰ ਇਹਦੇ ਵਿੱਚ ਇੰਡੀਅਨ ਇਕੋਨਮੀ ਦੀ ਜਿਹੜੀ ਵਾਧਾ ਦਰ ਆ, ਜਿਹੜੀ ਗਰੋਥ ਰੇਟ ਆ, ਉਹ ਜੇ ਸਿਰਫ ਰਿਹਾ 0.5%। ਈਵਨ ਇਹਦੇ ਵਿੱਚ ਇਸ ਪੀਰੀਅਡ ਦੇ ਵਿੱਚ 1925 ਤੋਂ 1950 ਤੱਕ ਤਾਂ ਸਿਰਫ ਗਰੋਥ ਪੀਰੀਅਡ ਜਿਹੜਾ ਉਹ ਰਿਹਾ 0.1%। ਬਹੁਤ ਜ਼ਿਆਦਾ ਗਰੀਬੀ, ਬਹੁਤ ਜ਼ਿਆਦਾ ਭੁੱਖਮਰੀ, ਬਹੁਤ ਜ਼ਿਆਦਾ ਪਾਪੂਲੇਸ਼ਨ, ਇਹ ਮੇਨ ਪ੍ਰੋਬਲਮ ਸੀ, ਅਤੇ ਇੰਡੀਅਨ ਇਕੋਨਮੀ ਇੱਕ ਸਟੈਗਨੈਂਟ ਇਕੋਨਮੀ ਮੰਨੀ ਜਾਂਦੀ ਸੀ। ਬੈਕਵਰਡ ਇਕੋਨਮੀ ਸੀ, ਪਰ ਕੈਪੀਟਾ ਇਨਕਮ ਬਹੁਤ ਘੱਟ ਸੀ। 1947-1948 ਦੇ ਵਿੱਚ ਪਰ ਕੈਪੀਟਾ ਇਨਕਮ ਜਸਟ ₹230 ਸੀ। ਪ੍ਰੋਬਲਮ ਆਫ ਪਾਪੂਲੇਸ਼ਨ ਬਹੁਤ ਜ਼ਿਆਦਾ ਸੀ। 1950-51 ਦੇ ਵਿੱਚ ਭਾਰਤ ਦੀ ਜਿਹੜੀ ਪਾਪੂਲੇਸ਼ਨ ਆ ਲਗਭਗ 36 ਕਰੋੜ ਸੀ, ਅਤੇ ਇਹਦੇ ਵਿੱਚ 83% ਪਾਪੂਲੇਸ਼ਨ ਇਲਿਟਰੇਟ, ਅਨਪੜ੍ਹ ਸੀ। ਬੈਕਵਰਡ ਐਗਰੀਕਲਚਰਲ ਇਕੋਨਮੀ ਸੀ 72%। 72% ਸਾਡੇ ਜਿਹੜੇ ਲੋਕ ਸੀ ਉਹ ਐਗਰੀਕਲਚਰ ਦੇ ਵਿੱਚ ਕੰਮ ਕਰਦੇ ਸੀ, ਪਰ ਐਗਰੀਕਲਚਰ ਫਿਰ ਵੀ ਪਿਛੜਿਆ ਹੋਇਆ ਸੀ। ਇੰਡਸਟਰੀਅਲ ਬੈਕਵਰਡਨੈਸ, ਐਗਰੀਕਲਚਰ ਦਾ ਬੈਕਵਰਡ ਸੀ, ਪਰ ਇਸ ਤੋਂ ਇਲਾਵਾ ਇੰਡਸਟਰੀ ਵੀ ਬਹੁਤ ਜ਼ਿਆਦਾ ਡਿਵੈਲਪ ਨਹੀਂ ਸੀ। ਉਦਯੋਗਾਂ ਦੇ ਵਿੱਚ ਮੁੱਖ ਤੌਰ 'ਤੇ ਇੱਕ ਟਾਟਾ ਦਾ ਲੋਹੇ ਦਾ ਅਤੇ ਇਸਪਾਤ ਦਾ ਉਦਯੋਗ ਸੀ, ਅਤੇ ਇੰਡਸਟਰੀ ਦੀ ਬਹੁਤ ਜ਼ਿਆਦਾ ਕਮੀ ਸੀ। ਮੈਨੇਜਿੰਗ ਏਜੰਸੀ ਸਿਸਟਮ ਸੀ, ਏਜੰਸੀਆਂ ਦੁਆਰਾ ਵਪਾਰ ਦੇਖਿਆ ਜਾਂਦਾ ਸੀ। ਲੈਸ ਡਿਵੈਲਪਮੈਂਟ ਆਫ ਇਕਨੋਮਿਕ ਓਵਰਹੈਡ ਕੈਪੀਟਲ, ਭਾਰਤ ਵਿੱਚ ਆਰਥਿਕ ਉੱਪਰੀ ਪੂੰਜੀ ਤੋਂ ਭਾਵ ਉਹਨਾਂ ਉਦਯੋਗਾਂ ਤੋਂ ਜੋ ਦੂਜੇ ਉਦਯੋਗਾਂ ਦੇ ਵਿਕਾਸ 'ਚ ਸਹਾਇਕ ਹੁੰਦੇ ਆ, ਜਿਨ੍ਹਾਂ ਦੇ ਵਿੱਚ ਆ ਜਾਂਦੇ ਰੇਲਵੇ, ਟਰਾਂਸਪੋਰਟੇਸ਼ਨ, ਬੈਂਕਿੰਗ ਸਿਸਟਮ, ਇਹਨਾਂ ਸਾਰਿਆਂ ਦਾ ਬਹੁਤ ਘੱਟ ਵਿਕਾਸ ਹੋਇਆ ਸੀ। 1948-49 ਦੇ ਵਿੱਚ ਸਿਰਫ 53,596 53,596 ਮੀਲ ਲੰਬੀ ਰੇਲਵੇ ਲਾਈਨ ਸੀ, ਅਤੇ ਭਾਰਤ ਵਿੱਚ 5,000 ਦੀ ਬੱਸੋਂ ਦੇ ਪਿੱਛੇ 1 ਕਿਲੋਮੀਟਰ ਲੰਬੀ ਲਾਈਨ ਸੀ, ਜਦ ਕਿ ਇੰਗਲੈਂਡ ਦੇ ਵਿੱਚ 1200 ਦੀ ਵਿਅਕਤੀਆਂ ਦੇ ਪਿੱਛੇ 1 ਕਿਲੋਮੀਟਰ ਲੰਬੀ ਲਾਈਨ ਸੀ। ਲੋ ਰੇਟ ਆਫ ਕੈਪੀਟਲ ਫਾਰਮੇਸ਼ਨ ਬਹੁਤ ਘੱਟ ਸੀ, ਉਸ ਦਾ ਜਿਹੜਾ ਰੇਟ ਆ ਉਹ ਬਹੁਤ ਘੱਟ ਸੀ ਕੈਪੀਟਲ ਫਾਰਮੇਸ਼ਨ ਦਾ। ਲਿਮਟਿਡ ਫੋਰਨ ਟਰੇਡ ਬਿਨਾਂ ਸ਼ੱਕ ਹੁੰਦਾ ਸੀ। ਅੰਗਰੇਜ਼ਾਂ ਨੇ ਉਸ ਤਰ੍ਹਾਂ ਦੀ ਇੰਡਸਟਰੀ ਜਾਂ ਉਸ ਤਰ੍ਹਾਂ ਦੇ ਖਾਦਾਨ ਜਿਹੜੇ ਆ ਉਹ ਲਗਾਏ, ਉਹਨਾਂ ਨੂੰ ਵਿਕਸਿਤ ਕੀਤਾ ਜਿਨ੍ਹਾਂ ਦਾ ਐਕਸਪੋਰਟ ਕੀਤਾ ਜਾ ਸਕੇ, ਪਰ ਐਕਸਪੋਰਟ ਬਹੁਤ ਲਿਮਟਿਡ ਸੀ, ਵੋਲੀਅਮ ਬਹੁਤ ਘੱਟ ਸੀ ਐਕਸਪੋਰਟ ਦਾ। 1939 ਦੇ ਵਿੱਚ ਭਾਰਤ ਦਾ ਜਿਹੜਾ ਕੁੱਲ ਵਿਦੇਸ਼ੀ ਵਪਾਰ ਸੀ ਸਿਰਫ ₹321 ਕਰੋੜ ਦਾ ਸੀ, ਅਤੇ ਜਿਹਦੇ ਵਿੱਚੋਂ 169 ਕਰੋੜ 169 ਕਰੋੜ ਦੇ ਜਿਹੜੇ ਐਕਸਪੋਰਟ ਕੀਤੇ ਜਾਂਦੇ ਸੀ, ਅਤੇ 152 ਕਰੋੜ ਦੇ ਇੰਪੋਰਟ ਕੀਤੇ ਜਾਂਦੇ ਸੀ। ਕੰਪੋਜੀਸ਼ਨ ਹੈ ਜਿਹੜੀ ਫੋਰਨ ਟਰੇਡ ਦੀ, ਉਹ ਵੀ ਕੋਈ ਬਹੁਤ ਵਧੀਆ ਨਹੀਂ ਸੀ। ਭਾਰਤ ਤੋਂ ਕੱਚੇ ਮਾਲ ਦਾ ਐਕਸਪੋਰਟ ਕੀਤਾ ਜਾਂਦਾ ਸੀ, ਅਤੇ ਫਿਨਿਸ਼ਡ ਪ੍ਰੋਡਕਟਸ ਜਿਹੜੇ ਇੰਪੋਰਟ ਹੁੰਦੇ ਸੀ। ਡਾਇਰੈਕਸ਼ਨ ਜਿਹੜੀ ਫੋਰਨ ਟਰੇਡ ਦੀ ਇਹ ਵੀ ਹੈ ਕਿ ਉਹ ਵੀ ਸਾਰੇ ਦੇਸ਼ਾਂ ਦੇ ਨਾਲ ਨਹੀਂ ਸੀ। ਫੋਰਨ ਟਰੇਡ ਸਾਡਾ ਇੰਗਲੈਂਡ ਅਤੇ ਰਾਸ਼ਟਰਮੰਡਲ ਦੇ ਦੇਸ਼ ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ, ਸਿਰਫ ਉਹਨਾਂ ਦੇ ਨਾਲ ਹੀ ਬਹੁਤਾ ਟਰੇਡ ਸਾਡਾ ਹੁੰਦਾ ਸੀ। ਸਰਪਲਸ ਬੈਲੈਂਸ ਆਫ ਟਰੇਡ, ਸੁਤੰਤਰਤਾ ਤੋਂ ਪਹਿਲਾਂ ਭਾਰਤ ਦਾ ਵਿਦੇਸ਼ੀ ਵਪਾਰ ਵੈਸੇ ਸਰਪਲਸ 'ਚ ਹੁੰਦਾ ਸੀ, ਕਿਉਂਕਿ ਐਕਸਪੋਰਟ ਆ ਜਿਹੜੇ ਉਹ ਜ਼ਿਆਦਾ ਹੋ ਜਾਂਦੇ ਸੀ ਅਤੇ ਇੰਪੋਰਟ ਘੱਟ ਸੀ। ਫੇਵਰੇਬਲ ਸੀ ਤੁਸੀਂ ਕਹਿ ਸਕਦੇ ਹੋ, ਪਰ 1947-48 ਦੇ ਵਿੱਚ ਇਹ ਘੱਟ ਕੇ ਸਿਰਫ 14 ਕਰੋੜ ਦਾ ਰਹਿ ਗਿਆ ਸੀ, ਜਿਹੜਾ 46-47 ਦੇ ਵਿੱਚ 31 ਕਰੋੜ ਦਾ ਸੀ ਫੇਵਰੇਬਲ। ਅਤੇ ਨੈਕਸਟ ਹੈ ਕਿ ਇਨਫਲੇਸ਼ਨ ਸੀ ਇਕੋਨਮੀ ਦੇ ਵਿੱਚ। 1939-40 ਦੇ ਵਿੱਚ ਥੋਕ ਕੀਮਤਾਂ ਦਾ ਜਿਹੜਾ ਸੂਚਕਾਂਕ ਜਿਹਨੂੰ ਤੁਸੀਂ ਕਹਿ ਦਿੰਦੇ ਇੰਡੈਕਸ, ਇਹ 125 ਸੀ, ਅਤੇ 1947-48 ਦੇ ਵਿੱਚ ਵਧ ਕੇ 308 ਹੋ ਗਿਆ। ਅਸਲ 'ਚ ਹੋਇਆ ਕਿ ਦੂਜਾ ਮਹਾਂਯੁੱਧ ਜਿਹਨੂੰ ਤੁਸੀਂ ਸੈਕੰਡ ਵਰਲਡ ਵਾਰ ਕਹਿ ਦਿੰਦੇ ਹੋ, ਉਹਦੇ ਨਾਲ ਕੀਮਤਾਂ ਦੇ ਵਿੱਚ ਵਾਧਾ ਬਹੁਤ ਹੋਇਆ, ਅਤੇ ਭਾਰਤ ਦੇ ਵਿੱਚ ਇਨਫਲੇਸ਼ਨ ਦਾ ਇੱਕ ਮੁੱਖ ਕਾਰਨ ਬ੍ਰਿਟਿਸ਼ ਸਰਕਾਰ ਨੇ ਜਿਹੜੀ ਯੁੱਧ ਸਮੱਗਰੀ ਖਰੀਦਣ ਦੇ ਲਈ ਕਰੰਸੀ ਦੀ ਮਾਤਰਾ 'ਚ ਵਾਧਾ ਕਰਤਾ ਸੀ,
ਤੇ ਮੁਦਰਾਸਫੀਤੀ ਜਿਹੜੀ ਇਨਫਲੇਸ਼ਨ ਆ ਉਹਦਾ ਦੂਸਰਾ ਕਾਰਨ ਖਰਚ ਸੀਗਾ ਕਿ ਰਾਜਸਵ ਖਰਚੇ ਆ ਜਿਹੜੇ ਉਹਨਾਂ ਦੇ ਵਿੱਚ ਵਾਧਾ ਹੋ ਗਿਆ ਸੀ। ਤੇ ਇੰਡੀਆ ਦਾ ਜਿਹੜਾ ਇੱਕ ਬਹੁਤ ਫੇਮਸ ਇਕੋਨਮਿਸਟ ਆਰ.ਪੀ. ਦੱਤ, ਉਹਨਾਂ ਨੇ ਕਿਹਾ ਸੀ ਦੋ ਇੰਡੀਆ ਇਜ਼ ਨਾਟ ਅ ਪੂਅਰ ਕੰਟਰੀ ਥੈਂਕਸ ਟੂ ਬ੍ਰਿਟਿਸ਼ ਰੂਲ ਟੂ ਮੇਕ ਇਟ ਅ ਕੰਟਰੀ ਆਫ ਪੂਅਰ ਪੀਪਲ। ਕੀ ਆ ਕਿ ਜੇਕਰ ਭਾਰਤ ਇੱਕ ਗਰੀਬ ਦੇਸ਼ ਨਹੀਂ ਆ, ਪਰ ਬ੍ਰਿਟਿਸ਼ ਹਕੂਮਤ ਦਾ ਧੰਨਵਾਦ ਆ ਕਿ ਉਸਨੇ ਇਸ ਨੂੰ ਦੁਰਲੱਭ ਲੋਕਾਂ ਦਾ ਦੇਸ਼ ਬਣਾਤਾ। ਮਤਲਬ ਦੇਸ਼ ਗਰੀਬ ਨਹੀਂ ਆ, ਪਰ ਦੇਸ਼ ਦੇ ਲੋਕ ਗਰੀਬ ਆ, ਅਤੇ ਦੇਸ਼ ਦੇ ਲੋਕਾਂ ਨੂੰ ਗਰੀਬ ਕਰਨ ਦੇ ਵਿੱਚ ਜਿਹੜਾ ਇਕੋਨਮਿਸਟ ਆਰ.ਪੀ. ਦੱਤ ਮੰਨਦੇ ਆ ਕਿ ਬ੍ਰਿਟਿਸ਼ ਹਕੂਮਤ ਦਾ ਜਿਹੜਾ ਬਹੁਤ ਜ਼ਿਆਦਾ ਰੋਲ ਰਿਹਾ। ਅਤੇ ਇਸ ਤਰ੍ਹਾਂ ਸੁਤੰਤਰਤਾ ਦੇ ਸਮੇਂ ਭਾਰਤ ਦੀ ਅਰਥ ਵਿਵਸਥਾ ਇੱਕ ਗਰੀਬ ਅਰਥ ਵਿਵਸਥਾ ਸੀ, ਇੱਕ ਦੁਰਬਲ ਅਰਥ ਵਿਵਸਥਾ ਸੀ, ਇੱਕ ਸਟੈਗਨੈਂਟ ਬੈਕਵਰਡ ਅਰਥ ਵਿਵਸਥਾ ਸੀ, ਜਿਹਦੇ ਉੱਤੇ ਪਾਪੂਲੇਸ਼ਨ ਦਾ ਬਹੁਤ ਜ਼ਿਆਦਾ ਜਿਹੜਾ ਪ੍ਰੈਸ਼ਰ ਸੀ, ਬੈਕਵਰਡ ਐਗਰੀਕਲਚਰ ਸੀ, ਅਤੇ ਇੰਡਸਟਰੀ ਹੈ ਜਿਹੜੀ ਅਜੇ ਤੱਕ ਡਿਵੈਲਪ ਨਹੀਂ ਹੋਈ ਸੀ, ਪੂਰੀ ਤਰ੍ਹਾਂ ਡਿਵੈਲਪ ਨਹੀਂ ਹੋਈ ਸੀ। ਇਹ ਸੀ ਇੰਡੀਅਨ ਐਗਰੀਕਲਚਰ ਔਨ ਦੀ ਇੰਡੀਪੈਂਡੈਂਸ ਔਨ ਦੀ ਈਵ ਆਫ ਇੰਡੀਪੈਂਡੈਂਸ। ਇਸ ਦੇ ਨਾਲ ਸਾਡਾ ਇਹ ਟੌਪਿਕ ਕੰਪਲੀਟ ਹੁੰਦਾ। ਨੈਕਸਟ ਟੌਪਿਕ ਆਪਾਂ ਅਗਲੇ ਲੈਕਚਰ ਦੇ ਵਿੱਚ ਸ਼ੁਰੂ ਕਰਾਂਗੇ। ਥੈਂਕ ਯੂ।